Students, welcome back to the session of class 8th science subject. Dear students, today we will cover our back exercise from chapter coal and petroleum मतलब कि कोला ਅਤੇ ਪੈਟਰੋਲੀਅਮ ਚੈਪਟਰ ਦੀ ਬੈਕ ਐਕਸਰਸਾਈਜ਼ ਅਸੀਂ ਕਰਨ ਜਾ ਰਹੇ ਹਾਂ ਤੇ ਇਹ ਐਕਸਰਸਾਈਜ਼ ਕਰਨ ਤੋਂ ਪਹਿਲਾਂ ਸਟੂਡੈਂਟਸ ਸਭ ਤੋਂ ਪਹਿਲਾਂ ਇਹਦੇ ਵਿੱਚ ਕੁਝ ਇਹ ਇੰਪੋਰਟੈਂਟ ਟਰਮਸ ਹਨ ਜਿਹੜੀਆਂ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹੀਆਂ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਸੀ ਕਿ ਕੋਲ ਪੈਟਰੋਲੀਅਮ ਤੇ ਨੈਚੁਰਲ ਗੈਸ ਇਹ ਸਾਰੇ ਫੋਸਿਲ ਫਿਊਲਸ ਹਨ। ਫੋਸਿਲ ਫਿਊਲ ਦਾ ਮਤਲਬ ਹੁੰਦਾ ਹੈ ਕਿ ਇਹ ਸਾਰੇ ਪਥਰਾਟ ਬਾਲਣ ਹਨ ਜਿਹੜੇ ਕਿ ਲੱਖਾਂ ਕਰੋੜਾਂ ਸਾਲ ਧਰਤੀ ਦੇ ਹੇਠਾਂ ਦੱਬਣ ਤੋਂ ਬਾਅਦ ਬਣਦੇ ਹਨ। ਠੀਕ ਹੈ, ਉਸ ਤੋਂ ਬਾਅਦ ਫੋਸਿਲ ਫਿਊਲ ਕਿਹੜੇ ਨੇ? ਦੇ ਆਰ ਫਾਰਮਡ ਫਰੋਮ ਦੀ ਇਹਨਾਂ ਦੇ ਦੱਬਣ ਤੋਂ ਬਾਅਦ ਡੈਡ ਰਿਮੇਨਸ ਯਾਨੀ ਕਿ ਕੋਈ ਲਿਵਿੰਗ ਆਰਗੇਨਿਜ਼ਮਸ ਹਨ। ਲਿਵਿੰਗ ਆਰਗੇਨਿਜ਼ਮਸ ਦੇ ਵਿੱਚ ਪਲਾਂਟਸ, ਐਨੀਮਲਸ, ਠੀਕ ਹੈ, ਸਾਰੇ ਆ ਜਾਂਦੇ। ਉਹ ਐਨੀਮਲਸ ਲੱਖਾਂ ਕਰੋੜਾਂ ਸਾਲ ਤੱਕ ਧਰਤੀ ਦੇ ਹੇਠਾਂ ਦੱਬੇ ਰਹੇ ਔਰ ਦੱਬੇ ਰਹਿਣ ਤੋਂ ਬਾਅਦ ਫਿਰ ਉਹ ਕੀਆ ਫਿਊਲ ਵਿੱਚ ਕਨਵਰਟ ਕਰ ਗਏ, ਬਾਲਣ ਵਿੱਚ ਕਨਵਰਟ ਕਰ ਗਏ, ਜਿਨ੍ਹਾਂ ਨੂੰ ਅਸੀਂ ਪਥਰਾਟ ਬਾਲਣ ਯਾਨੀ ਕਿ ਫੋਸਿਲ ਫਿਊਲ ਆਖਦੇ ਹਾਂ। ਠੀਕ ਹੈ, ਤਾਂ ਫੋਸਿਲ ਫਿਊਲ ਦੀ ਡੈਫੀਨੇਸ਼ਨ ਸਾਰੇ ਵਿਦਿਆਰਥੀਆਂ ਨੇ ਯਾਦ ਰੱਖਣਾ ਹੈ। ਇਹ ਜਿਹੜੇ ਤੁਹਾਡਾ ਚੈਪਟਰ ਹੈ ਉਸ ਵਿੱਚ ਬੈਕ ਐਕਸਰਸਾਈਜ਼ ਦੇ ਨਾਲ ਹੀ ਯਾਦ ਰੱਖਣ ਜੋ ਗੱਲਾਂ ਹਨ ਇਹ ਸਾਰੇ ਵਿਦਿਆਰਥੀਆਂ ਨੇ ਕਰਨੀਆਂ ਹਨ। ਠੀਕ ਹੈ, ਫੋਸਿਲ ਫਿਊਲਸ ਆਰ ਐਗਜ਼ੌਸਟਿਬਲ ਰਿਸੋਰਸਿਸ। ਐਗਜ਼ੌਸਟਿਬਲ ਦਾ ਮਤਲਬ ਹੁੰਦਾ ਹੈ ਬੱਚੋ ਖਤਮ ਹੋਣ ਵਾਲੇ। ਠੀਕ ਹੈ, ਜਿਹੜੇ ਫੋਸਿਲ ਫਿਊਲ ਉਹ ਹੁੰਦੇ ਹਨ ਜਿਹੜੇ ਕਿ ਹੌਲੀ ਹੌਲੀ ਖਤਮ ਹੋ ਰਹੇ ਹਨ। ਫੋਸਿਲ ਫਿਊਲ ਚ ਐਗਜ਼ਾਮਪਲ ਤੁਸੀਂ ਜਿੱਦਾਂ ਕੋਲ ਦੀ ਦਓਗੇ। ਠੀਕ ਹੈ, ਕੋਲਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਕੋਲੇ ਦੀ ਬਹੁਤ ਕਮੀ ਆ ਰਹੀ ਹੈ। ਠੀਕ ਹੈ, ਕਿਉਂ ਆ ਰਹੀ ਹੈ? ਕਿਉਂਕਿ ਕੋਲਾ ਲਗਭਗ ਅਸੀਂ ਯੂਜ਼ ਕਰ ਚੁੱਕੇ ਹਾਂ, ਮੈਕਸਿਮਮ ਕੋਲਾ ਜਿਹੜਾ ਉਹ ਯੂਜ਼ ਹੋ ਚੁੱਕਿਆ ਹੈ। ਠੀਕ ਹੈ, ਤੋ ਇਹ ਫੋਸਿਲ ਫਿਊਲ ਹੀ ਹਨ ਇਹਨਾਂ ਤੋਂ ਬਣੇ ਡੈਡ ਰਿਮੇਨਸ ਤੋਂ। ਠੀਕ ਹੈ, ਡੈਡ ਰਿਮੇਨਸ ਜਿਹੜੇ ਕਿ ਲੱਖਾਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਹੇਠਾਂ ਦੱਬ ਗਏ ਸੀ, ਹੌਲੀ ਹੌਲੀ ਉਹ ਫਿਊਲ ਵਿੱਚ ਬਦਲ ਗਏ ਤੇ ਇਹ ਫਿਊਲ ਅਸੀਂ ਯੂਜ਼ ਕੀਤਾ ਸਾਡੇ ਡਿਫਰੈਂਟ ਡੋਮੈਸਟਿਕ ਪਰਪਸ ਲਈ, ਇੰਡਸਟਰੀਅਲ ਪਰਪਸ ਲਈ। ਠੀਕ ਹੈ, ਘਰੇਲੂ ਯਾਨੀ ਕਿ ਉਪਯੋਗ ਦੇ ਵਿੱਚ। ਠੀਕ ਹੈ, ਤੇ ਹੌਲੀ ਹੌਲੀ ਇਹ ਕੀ ਆ ਹੁਣ ਖਤਮ ਹੋਣ ਦੀ ਕਗਾਰ ਤੇ ਹੈਗਾ ਤੇ ਵਿਦਿਆਰਥੀਓ ਫੋਸਿਲ ਫਿਊਲ ਜਿਹੜੇ ਨੇ ਐਗਜ਼ੌਸਟਿਬਲ ਆ, ਇੱਕ ਦਿਨ ਇਹ ਖਤਮ ਹੋ ਜਾਣਗੇ। ਉਸ ਤੋਂ ਬਾਅਦ ਕੋਲ ਧਾਰ ਤੇ ਕੋਲ ਗੈਸ ਇਹ ਸਾਰੇ ਹੀ ਕੋਲ ਦੇ ਹੀ ਪ੍ਰੋਡਕਟ ਹੁੰਦੇ ਹਨ ਯਾਨੀ ਕਿ ਕੋਲੇ ਤੋਂ ਹੀ ਬਣਦੇ ਹਨ। ਠੀਕ ਹੈ, ਕੋਲ ਤੋਂ ਹੀ ਸਾਨੂੰ ਇਹ ਮਿਲਦੇ ਹਨ, ਕੋਕ, ਕੋਲ ਧਾਰ ਤੇ ਕੋਲ ਗੈਸ। ਇਹ ਯਾਦ ਰੱਖਣਾ ਹੈ ਕਿਹਦਾ ਮਿਕਸਚਰ ਹੈ, ਮਤਲਬ ਕਿ ਕੋਲ ਤੋਂ ਹੀ ਸਾਨੂੰ ਪ੍ਰਾਪਤ ਹੁੰਦੇ ਹਨ। ਠੀਕ ਹੈ, ਕੋਲੇ ਤੋਂ ਹੀ ਪ੍ਰਾਪਤ ਹੋਣ ਵਾਲੇ ਹਨ ਯਾਨੀ ਕਿ ਕੋਲੇ ਦੀ ਹੀ ਉਪਜ ਹਨ। ਅਗਲਾ ਹੈ ਪੈਟਰੋਲੀਅਮ ਗੈਸ। ਪੈਟਰੋਲ, ਡੀਜ਼ਲ, ਕੈਰੋਸੀਨ, ਪੈਰਾਫਿਨ ਵੈਕਸ, ਲੁਬਰੀਕੇਟਿੰਗ ਆਇਲ ਇਹ ਸਾਰੇ ਕਿੱਥੋਂ ਮਿਲਦੇ ਹਨ? these are obtained from refining of petroleum। ਪੈਟਰੋਲੀਅਮ ਦੀ ਸੁਧਾਈ, ਰਿਫਾਈਨਿੰਗ ਦਾ ਮਤਲਬ ਹੁੰਦਾ ਸੁਧਾਈ। ਜਦੋਂ ਆਪਾਂ ਪੈਟਰੋਲੀਅਮ ਨੂੰ, ਪੈਟਰੋਲ ਕਿੱਥੋਂ ਨਿਕਲਦਾ ਹੈ? ਦੇਖੋ ਪੈਟਰੋਲ ਜਿਹੜਾ ਅਸੀਂ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਆਟੋਮੋਬਾਈਲਸ ਦੇ ਵਿੱਚ, ਪਿਆਰੇ ਵਿਦਿਆਰਥੀਓ ਪੈਟਰੋਲ ਸਿੱਧਾ ਨਹੀਂ ਮਿਲਦਾ ਸਾਨੂੰ, ਉਹ ਮਿਲਦਾ ਹੈ ਪੈਟਰੋਲੀਅਮ ਦੇ ਰੂਪ ਦੇ ਵਿੱਚ। ਠੀਕ ਹੈ, ਪੈਟਰੋਲੀਅਮ ਯਾਨੀ ਕਿ ਮੈਂ ਸਿੰਪਲ ਲੈਂਗੁਏਜ ਕਹਿ ਦਾਂ ਕਿ ਕੱਚਾ ਤੇਲ। ਠੀਕ ਹੈ, ਤਾਂ ਉਹ ਕੱਚਾ ਤੇਲ ਜਿਹੜਾ ਹੈਗਾ ਉਹਦੇ ਤੋਂ ਆਪਾਂ ਕਰੂਡ ਆਇਲ ਜਿਹਨੂੰ ਕਹਿ ਦਿੰਦੇ। ਤਾਂ ਪੈਟਰੋਲੀਅਮ ਦਾ ਯੂਜ਼ ਕਰਦੇ ਹੋਏ ਅਸੀਂ ਫਿਰ ਪੈਟਰੋਲੀਅਮ ਗੈਸ, ਪੈਟਰੋਲ, ਡੀਜ਼ਲ, ਕੈਰੋਸੀਨ, ਪੈਰਾਫਿਨ ਵੈਕਸ, ਲੁਬਰੀਕੇਟਿੰਗ ਆਇਲ ਇਹ ਸਾਰੇ ਉੱਥੋਂ ਹੀ ਪ੍ਰਾਪਤ ਕਰਦੇ ਹਾਂ। ਓਕੇ, ਕਲੀਅਰ ਟੂ ਆਲ। तो उस तो बाद हैगा कोल एंड पेट्रोलियम रिसोर्सिस आर लिमिटेड। देखो रिसोर्स ये सानू हर जगह नहीं प्राप्त होंगे। ये नहीं कि साडे पंजाब दे विच भी कोला मिलता है। तुसीं कदी सुनिया है कि पंजाब दे विच कोले दी खान है? नहीं हैगी। ठीक है, बिहार वर्गे स्टेट हो गई ਜਾਂ ਕੋਈ ਹੋਰ ਸਟੇਟ ਹੈ ਉਹਨਾਂ ਦੇ ਵਿੱਚੋਂ ਕੋਲਾ ਜਿਹੜਾ ਹੈ ਆਮ ਪਾਇਆ ਜਾਂਦਾ ਉੱਥੇ। ਠੀਕ ਹੈ, ਕੋਲਾ ਦੀਆਂ ਖਾਨਾਂ ਹੁੰਦੀਆਂ ਨੇ ਤੇ ਖਾਨਾਂ ਤੋਂ ਕੋਲਾ ਜਿਹੜਾ ਕੱਢਿਆ ਜਾਂਦਾ। ਤਾਂ ਕੋਲ ਦੇ ਰਿਸੋਰਸ ਜਿਹੜੇ ਨੇ ਉਹ ਲਿਮਿਟਡ ਹਨ, ਹਰ ਜਗ੍ਹਾ ਤੁਹਾਨੂੰ ਕੋਲ ਜਿਹੜੇ ਆ ਉਹ ਨਹੀਂ ਮਿਲੇਗਾ। ਤਾਂ ਸੀਮਤ, ਲਿਮਿਟਡ ਦਾ ਮਤਲਬ ਹੁੰਦਾ ਹੈ ਸੀਮਤ। ਠੀਕ ਹੈ, ਯਾਦ ਰੱਖਣ ਜੋ ਗੱਲਾਂ ਤੁਹਾਡੀ ਬੁੱਕ ਦੇ ਵਿੱਚ ਹਨ ਮੈਂ ਉਹੀ ਕਰਵਾ ਰਿਹਾ। ਠੀਕ ਹੈ, ਇੱਥੇ ਇੰਗਲਿਸ਼ ਵਿੱਚ ਹੈ, ਤੁਸੀਂ ਪੰਜਾਬੀ ਦੇ ਵਿੱਚ ਉੱਥੋਂ ਦੇਖ ਸਕਦੇ ਹੋ ਜਿਹੜੇ ਬੱਚੇ ਪੰਜਾਬੀ ਮੀਡੀਅਮ ਦੇ ਹਨ। ਤਾਂ ਕਾਰਬਨ occurs in all living organism। ਇਹ ਯਾਦ ਰੱਖਿਓ ਜਿਹੜੀ ਕਾਰਬਨ ਹੈ ਨਾ, ਜੇ ਤੁਹਾਨੂੰ ਕੋਈ ਇਹ ਪੁੱਛ ਰਿਹਾ ਵੀ ਕਾਰਬਨ ਕਿੱਥੇ ਪਾਈ ਜਾਂਦੀ ਹੈ, ਤਾਂ ਬੱਚਿਓ ਸਾਡਾ ਸਰੀਰ ਹੀ ਕਾਰਬਨ ਦਾ ਬਣਿਆ ਹੋਇਆ। ਸਾਡੀ ਸਾਰੀ ਬਾਡੀ ਜਿਹੜੀ ਹੈ ਉਹ ਕਾਹਦੀ ਬਣੀ ਹੈ? ਕਾਰਬਨ ਦੀ ਬਣੀ ਹੈ। ਠੀਕ ਹੈ, ਜਿੰਨੇ ਵੀ ਪੇੜ ਪੌਦੇ ਹਨ ਸਾਰੇ ਕਾਰਬਨ, ਉਹਨਾਂ ਦੇ ਵਿੱਚ ਸਾਰਿਆਂ 'ਚ ਕਾਰਬਨ ਹੁੰਦੀ ਹੈ। ਤਾਂ ਲਿਵਿੰਗ ਆਰਗੇਨਿਜ਼ਮ ਦੇ ਵਿੱਚ ਕਾਰਬਨ ਇੱਕ ਐਸੈਂਸ਼ੀਅਲ ਐਲੀਮੈਂਟ ਹੁੰਦਾ ਹੈ। ਠੀਕ ਹੈ, ਹਰ ਇੱਕ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਤੇ ਇਟ ਅਕਰ ਇਨ ਆਲ ਲਿਵਿੰਗ ਮੈਟਰ। ਦੇਖੋ ਲਿਖਿਆ ਹੈ ਨਾ, ਲਿਵਿੰਗ ਦਾ ਮਤਲਬ ਹੁੰਦਾ ਹੈ ਜਿੰਨੇ ਵੀ ਸਜੀਵ ਹੁੰਦੇ ਹਨ। ਤਾਂ ਸਜੀਵਾਂ ਤੋਂ ਇਹ ਸਾਨੂੰ ਪ੍ਰਾਪਤ ਹੁੰਦਾ ਹੈ ਯਾਨੀ ਕਿ ਕਾਰਬਨ ਜਿਹੜੀ ਹੈ ਹਰ ਸਜੀਵਾਂ ਦੇ ਵਿੱਚ ਪਾਇਆ ਜਾਂਦਾ। ਕਿ
ਅਸੀਂ ਇਹ ਕਹਿ ਸਕਦੇ ਹਾਂ ਕਿ ਕੋਲਾ ਜਿਹੜਾ ਹੈ ਜਾਂ ਕਾਰਬਨ ਜਿਹੜੀ ਹੈ, ਕਾਰਬਨ ਸਾਨੂੰ ਕਿੱਥੋਂ ਮਿਲਦੀ ਹੈ? ਲਿਵਿੰਗ ਮੈਟਰ ਤੋਂ, ਫੂਡ, ਫਿਊਲ, ਇਹਨਾਂ ਸਾਰਿਆਂ ਤੋਂ ਸਾਨੂੰ ਜਿਹੜਾ ਹੈ ਕੋਲਾ ਪ੍ਰਾਪਤ ਹੋ ਸਕਦਾ ਹੈ। ਤੇ ਬੱਚਿਓ ਕੋਲੇ ਦੀਆਂ ਕਿਸਮਾਂ, ਇਹਦੇ ਵਿੱਚ ਗ੍ਰੇਫਾਈਟ, ਗ੍ਰੇਫਾਈਟ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੈ, ਯੂਜ਼ ਵੀ ਕੀਤਾ ਹੈ। ਪੈਨਸਲ ਦੇ ਵਿੱਚ ਜਿਹੜਾ ਸਿੱਕਾ ਹੁੰਦਾ ਹੈ ਉਹ ਬੱਚੋ ਗ੍ਰੇਫਾਈਟ ਹੀ ਹੁੰਦੀ ਹੈ, ਮੁਲਾਇਮ ਹੁੰਦਾ, ਠੀਕ ਹੈ, ਉਹ ਗ੍ਰੇਫਾਈਟ ਹੀ ਹੁੰਦਾ, ਯਾਦ ਰੱਖਣਾ। ਡਾਇਮੰਡ, ਡਾਇਮੰਡ ਦਾ ਬੱਚੋ ਮੈਂ ਵੀ ਨਹੀਂ ਦੇਖਿਆ ਹਾਲੇ ਤੱਕ, ਤੁਸੀਂ ਪਤਾ ਨਹੀਂ ਦੇਖਿਆ ਹੋਏਗਾ ਕਿ ਨਹੀਂ ਦੇਖਿਆ ਹੋਏਗਾ, ਠੀਕ ਹੈ। ਤਾਂ ਡਾਇਮੰਡ ਜਿਹੜਾ ਹੈ ਉਹ ਬੱਚੋ ਇਹ ਵੀ ਕੋਲੇ ਦਾ ਹੀ ਰੂਪ ਹੈ, ਪਰ ਇਹ ਮਹਿੰਗਾ ਬਹੁਤ, ਇਹ ਵੀ ਕਾਰਬਨ ਹੈ, ਇਹ ਵੀ ਕੋਲਾ ਹੈ, ਤੁਹਾਨੂੰ ਹੈਰਾਨੀ ਹੋਊਗੀ ਕੋਲਾ ਹੈ ਇਹ ਵੀ, ਠੀਕ ਹੈ। ਡਾਇਮੰਡ ਵੀ ਇੱਕ ਕੋਲਾ ਹੁੰਦਾ ਹੈ, ਓਕੇ, ਤੇ ਗ੍ਰੇਫਾਈਟ ਵੀ ਕੋਲਾ ਹੈ। ਤੇ ਗ੍ਰੇਫਾਈਟ ਨੂੰ ਤੁਸੀਂ ਕਦੀ ਮੂੰਦੀ ਕਦੀ ਸੁਣਿਆ ਕਿ ਗ੍ਰੇਫਾਈਟ ਦੀ ਮੂੰਦੀ ਬਣਾ ਲਈ ਜੀ? ਨਹੀਂ, ਗ੍ਰੇਫਾਈਟ ਦੀ ਰਿੰਗ ਨਹੀਂ ਬਣਾਉਂਦੇ ਆਪਾਂ, ਕਿਹਦੀ ਬਣਾਉਂਦੇ? ਡਾਇਮੰਡ ਦੀ। ਡਾਇਮੰਡ ਹੈਗਾ ਕੋਲਾ ਹੀ ਹੈ, ਕਾਰਬਨ ਹੀ ਹੈ, ਕਾਰਬਨ ਤੋਂ ਹੀ ਮਿਲ ਕੇ ਬਣਦਾ ਹੈ, ਪਰ ਇਹ ਹਾਈ ਪ੍ਰੈਸ਼ਰ ਤੇ ਬਣਦਾ ਹੈ, ਯਾਨੀ ਕਿ ਬਹੁਤ ਹਾਰਡ ਹੁੰਦਾ। ਈਵਨ ਤੁਸੀਂ ਸੁਣਿਆ ਹੋਣਾ ਹੈ ਕਿ ਗਲਾਸ ਨੂੰ ਕੱਟਣ ਲਈ ਡਾਇਮੰਡ ਦਾ ਉਪਯੋਗ ਹੁੰਦਾ ਹੈ, ਗਲਾਸ ਕਟਿੰਗ ਦੇ ਵਿੱਚ ਇੰਨਾ ਹਾਰਡ ਸਬਸਟੈਂਸ ਹੁੰਦਾ ਹੈ ਕਿ ਕੱਚ ਨੂੰ ਵੀ, ਜਿਹੜੀ ਕੱਚ ਦੇ ਵਿੱਚ ਜਿੱਦਾਂ ਤੁਹਾਡੇ ਘਰ ਦੇ ਵਿੱਚ ਵਿੰਡੋ ਵਗੈਰਾ ਲੱਗੀਆਂ ਹੋਣ, ਤੁਹਾਡੇ ਸਕੂਲ 'ਚ ਲੱਗੀਆਂ ਹੋਣ, ਉਹ ਸਾਰੀਆਂ ਜਿਹੜੀਆਂ ਨੇ ਉਹ ਸ਼ੀਸ਼ਾ ਕੱਟ ਕੇ ਹੀ ਆਉਂਦਾ, ਇਦਾਂ ਤੇ ਹੈ ਨਹੀਂ ਵੀ ਬਣਿਆ ਬਣਾਇਆ ਇਦਾਂ ਹੀ ਆ ਗਿਆ। ਤਾਂ ਕਟਿੰਗ ਉਹਦੀ ਕਿਹਦੇ ਨਾਲ? ਡਾਇਮੰਡ ਕਟਰ ਨਾਲ ਹੁੰਦੀ ਹੈ, ਠੀਕ ਹੈ। ਤਾਂ ਡਾਇਮੰਡ ਦੀ ਪਿਨ ਲੱਗੀ ਹੁੰਦੀ, ਜਿਹੜੇ ਕਟਰ ਉਹਨਾਂ ਕੋਲ ਟੂਲਸ ਜਿਹੜੇ ਆ ਹੁੰਦੇ ਨੇ। ਫੁਲਰੀਨ ਬੱਚੋ ਇੱਕ ਡਾਇਮੰਡ ਦੀ ਹੀ ਐਗਜ਼ਾਮਪਲ ਹੈ। ਫੁਲਰੀਨ ਨੂੰ ਜੇ ਮੈਂ ਤੁਹਾਨੂੰ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਤੁਸੀਂ ਫੁੱਟਬਾਲ ਕਦੀ ਦੇਖਿਆ ਹੋਵੇ, ਫੁੱਟਬਾਲ ਜਿਹੜਾ ਕਿਹੜਾ? ਬਲੈਕ ਐਂਡ ਵਾਈਟ ਫੁੱਟਬਾਲ, ਜਿਹਦੇ ਵਿੱਚ ਇਦਾਂ ਪੈਂਟਾਗਨ ਬਣੀ ਹੁੰਦੀ ਹੈ ਤੇ ਨਾਲ ਹੀ ਬੱਚੋ ਉਹਦੇ ਵਿੱਚ ਹੈਕਸਾਗਨ ਬਣੀਆਂ ਹੁੰਦੀਆਂ ਇਦਾਂ, ਠੀਕ ਹੈ। ਬਲੈਕ ਐਂਡ ਵਾਈਟ ਵਾਲਾ ਫੁੱਟਬਾਲ ਕਦੀ ਦੇਖਿਆ ਹੋਵੇ? ਬਲੈਕ ਐਂਡ ਵਾਈਟ, ਜਿਹੜਾ ਬਲੈਕ ਤੇ ਵਾਈਟ ਕਲਰ ਦਾ ਫੁੱਟਬਾਲ ਹੁੰਦਾ, ਇਹਦੇ ਵਿੱਚ ਪੱਟੀਆਂ ਜੀਆਂ ਹੁੰਦੀਆਂ, ਉਹਨੂੰ ਫੁਲਰੀਨ ਸਮਝ ਲਓ, ਉਹ 'ਚ 60 ਕਾਰਬਨ ਹੁੰਦੀਆਂ ਨੇ, ਠੀਕ ਹੈ। ਤਾਂ ਇਹ ਸਾਰੀਆਂ ਕ੍ਰਿਸਟਲਾਈਨ ਫਾਰਮ ਹੁੰਦੀਆਂ ਨੇ। ਕ੍ਰਿਸਟਲਾਈਨ ਦਾ ਮਤਲਬ ਹੁੰਦਾ ਇਹਦੇ ਵਿੱਚ ਐਟਮਸ ਜਿਹੜੇ ਨੇ ਉਹ ਇੱਕ ਰੈਗੂਲਰ ਆਰਡਰ ਦੇ ਵਿੱਚ ਅਰੇਂਜ ਹੁੰਦੇ ਹਨ। ਇਹ ਤੁਸੀਂ 10th ਕਲਾਸ ਵਿੱਚ ਆ ਕੇ ਪੜ੍ਹੋਗੇ, ਚਲੋ ਇੱਥੇ ਹੈਗਾ ਥੋੜਾ ਜਿਹਾ, ਮੈਂ ਤੁਹਾਨੂੰ ਦੱਸ ਦਿੱਤਾ। ਤਾਂ ਡਾਇਮੰਡ ਕੀ ਆ? ਹਾਰਡੈਸਟ, ਹਾਰਡੈਸਟ ਦਾ ਮਤਲਬ ਸਭ ਤੋਂ ਸਖਤ ਇੱਕ ਪਦਾਰਥ ਹੁੰਦਾ ਹੈ ਜਿਹੜਾ ਕਿ ਨੈਚੁਰਲੀ ਅਕਰ ਕਰਦਾ ਹੈ। ਤੇ ਫੁਲਰੀਨ ਜਿਹੜੇ ਨੇ ਇਹ ਵਿੱਚੋਂ ਹੁਣੀ ਥੋੜਾ ਹੀ ਸਮਾਂ ਹੋਇਆ ਇਹਨਾਂ ਨੂੰ ਡਿਸਕਵਰ ਹੋਇਆ ਨੇ, ਠੀਕ ਹੈ। ਤੋ ਇਹਨੂੰ ਫੁਲਰੀਨ ਕਹਿ ਦਿੰਦੇ ਆ, ਇਹਨਾਂ ਦੀ ਖੋਜ ਜਿਹੜੀ ਹੈ ਥੋੜਾ ਹੀ ਸਮਾਂ ਪਹਿਲਾਂ ਹੋਈ ਹੈ। ਇਹਦੇ ਵਿੱਚ ਫੁੱਟਬਾਲ ਦੀ ਸਟਰਕਚਰ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਉਸ ਤੋਂ ਬਾਅਦ ਫੁੱਟਬਾਲ ਕਿਹੜਾ? ਬਲੈਕ ਐਂਡ ਵਾਈਟ ਵਾਲਾ, ਠੀਕ ਹੈ। ਕਿਹੜਾ ਵਾਲਾ? ਬਲੈਕ ਐਂਡ ਵਾਈਟ ਵਾਲਾ, ਇਹ ਯਾਦ ਰੱਖਿਓ, ਬਲੈਕ ਐਂਡ ਵਾਈਟ ਵਾਲਾ। ਸੋ ਸਟੂਡੈਂਟਸ, ਜਿਹੜੀ ਸਕਰੀਨ ਦੇ ਉੱਪਰ ਤੁਸੀਂ ਇੱਕ ਫਿਗਰ ਦੇਖ ਰਹੇ ਹੋ, ਇਹ ਫੁਲਰੀਨ ਦੀ ਹੀ ਸਟਰਕਚਰ ਹੈ, ਠੀਕ ਹੈ। ਇਹ ਸਟਰਕਚਰ ਜਿਹੜੀ ਫੁਲਰੀਨ ਦੀ ਹੈ, ਇਹਦੇ ਵਿੱਚ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਕਿ ਆ ਦੇਖੋ 5 ਕਾਰਬਨ ਜਿਹੜੀਆਂ ਨੇ, 1 2 3 4 5, ਠੀਕ ਹੈ। ਤਾਂ 5 ਕਾਰਬਨ ਜਿਹੜੀਆਂ ਨੇ ਪੈਂਟਾਗਨ ਬਣਾ ਰਹੀਆਂ। ਉਸ ਤੋਂ ਬਾਅਦ ਦੇਖੋ 1 2 3 4 5 6, यानी कि 6 कार्बन, 1 2 3 4 5 6, ठीक है। तो 6 कार्बन हैक्सागन ਤੇ ਇਹਦੀ 5 ਕਾਰਬਨ ਯਾਨੀ ਕਿ ਪੈਂਟਾਗਨ ਬਣਾ ਕੇ ਇੱਕ ਫੁੱਟਬਾਲ ਤਿਆਰ ਹੁੰਦਾ ਹੈ। ਉਹੀ ਫੁੱਟਬਾਲ ਨੂੰ ਤੁਸੀਂ ਯਾਦ ਰੱਖ ਲੈਣਾ ਕਿ ਇਹ ਫੁਲਰੀਨ ਹੈ। ਤਾਂ C60 ਇਹਦਾ ਫਾਰਮੂਲਾ ਹੁੰਦਾ ਹੈ, ਕਾਰਬਨ 60, ਠੀਕ ਹੈ। ਇਹ NMS ਦੇ ਕੁਐਸਚਨ ਹਨ, ਇਦਾਂ ਦੇ ਕੁਐਸਚਨ ਫਿਰ ਪੇਪਰ 'ਚ ਪੁੱਛੇ ਜਾਂਦੇ। ਉਸ ਤੋਂ ਬਾਅਦ ਅੱਗੇ ਹੈਗਾ ਐਮੋਰਫਸ ਕਾਰਬਨ ਹੈਜ਼ ਡਿਫਰੈਂਟ ਫਾਰਮਸ। ਅਮੋਰਫਸ ਕਿਹੜੀਆਂ ਦੇ? ਅਮੋਰਫਸ ਦਾ ਮਤਲਬ ਪੰਜਾਬੀ ਦੇ ਵਿੱਚੋਂ ਅਮੋਰਫਸ ਜਿਹੜਾ ਹੈ, ਅਮੋਰਫਸ ਸੋਲਿਡ ਜਿਹੜੇ ਨੇ ਉਹ ਮਤਲਬ ਆਪਾਂ ਪੰਜਾਬੀ 'ਚ ਹੁਣ ਅਮੋਰਫਸ ਨੂੰ ਦੇਖੋ, ਕ੍ਰਿਸਟਲਾਈਨ ਨੂੰ ਤਾਂ ਕ੍ਰਿਸਟਲ ਫਾਰਮ ਹੀ ਆ ਜਾਂਦੀ, ਠੀਕ ਹੈ। ਅਮੋਰਫਸ ਫਾਰਮ, तो स्टूडेंट्स अगर ਤੁਸੀਂ ਅਮੋਰਫਸ ਫਾਰਮ ਦੀ ਗੱਲ ਕਰਦੇ ਹੋ ਤਾਂ ਅਮੋਰਫਸ ਫਾਰਮ 'ਚ ਹੁੰਦਾ ਕੀ ਹੈ? ਅਮੋਰਫਸ ਫਾਰਮ ਕਾਰਬਨ ਦੀ ਜਿਹੜੀ ਹੈ ਉਹਦੇ ਵਿੱਚ ਕੀ ਹੁੰਦੇ? ਐਟਮਸ ਜਿਹੜੇ ਨੇ ਉਹ ਰੈਗੂਲਰਲੀ ਅਰੇਂਜ ਨਹੀਂ ਹੁੰਦੇ, ਇੱਕ ਪਾਰਟਿਕੂਲਰ ਆਰਡਰ 'ਚ ਅਰੇਂਜ ਨਹੀਂ ਹੁੰਦੇ, ਉਹ ਰੈਂਡਮਲੀ ਇਦਾਂ ਅਰੇਂਜ ਹੁੰਦੇ ਨੇ, ਠੀਕ ਹੈ, ਇਸ ਤਰੀਕੇ ਨਾਲ, ਓਕੇ। ਤੇ ਜਿਹੜਾ ਕ੍ਰਿਸਟਲਾਈਨ ਫਾਰਮ ਹੁੰਦੀ ਹੈ ਉਹਦੇ ਵਿੱਚ ਐਟਮਸ ਜਿਹੜੇ ਨੇ ਉਹ ਇੱਕ ਰੈਗੂਲਰ ਆਰਡਰ ਦੇ ਵਿੱਚ ਹੁੰਦੇ ਹਨ। ਤਾਂ ਉਹਦੇ ਵਿੱਚ ਐਗਜ਼ਾਮਪਲ ਕਿਹੜੀਆਂ ਆ ਗਈਆਂ ਉਹ ਤੁਸੀਂ ਹੁਣ ਕਰ ਹੀ ਲਈਆਂ, ठीक है। क्रिस्टलाइन फॉर्म च याद रखना तीन एग्जाम्पल, डायमंड, ग्रेफाइट ते फुलरीन, ठीक है। ग्रेफाइट, डायमंड, हीरा यानी कि ते फुलरीन ਜਿਹੜੇ ਨੇ ਇਹ क्रिस्टलाइन फॉर्म ਹੁੰਦੀਆਂ ਜਿਹਦੇ ਵਿੱਚ ਐਟਮਸ ਕੀ ਹੁੰਦੇ ਨੇ, ਯਾਨੀ ਕਿ ਬਣਿਆ ਕਿਹਦੇ ਤੋਂ? ਇਹ ਛੋਟੇ ਛੋਟੇ ਐਟਮ ਤੋਂ ਬਣਿਆ। ਤੇ ਐਟਮਸ ਜਿਹੜੇ ਨੇ ਇੱਕ ਰੈਗੂਲਰ ਆਰਡਰ ਦੇ ਵਿੱਚ, ਜਿੱਦਾਂ ਤੁਸੀਂ ਕਲਾਸ ਦੇ ਵਿੱਚ ਇੱਕ ਲਾਈਨਾਂ ਦੇ ਵਿੱਚ ਜਾਂ ਪ੍ਰੇਅਰ 'ਚ ਲਾਈਨਾਂ 'ਚ ਖੜੇ ਹੁੰਦੇ ਹੋ ਨਾ, ਤਾਂ ਉਹ ਇੱਕ क्रिस्टलाइन फॉर्म ਹੋ ਗਈ। ਤੇ ਜਦੋਂ ਪ੍ਰੇਅਰ ਹੁੰਦੀ ਤੋਂ ਬਾਅਦ ਲਾਈਨਾਂ 'ਚ ਹੀ ਕਲਾਸ 'ਚ ਜਾਂਦੇ ਹੋ। ਜੇ ਮੰਨ ਲਓ ਰਿਸੈਸ ਹੋਈ ਆ ਜਾਂ ਘਰੋਂ ਆਪਣੇ ਆ ਰਹੇ ਹੋ ਤਾਂ ਸਾਰੇ ਖਿੰਡਰੇ ਆ ਰਹੇ, ਕੋਈ ਕਿਤੇੋਂ ਆ ਰਿਹਾ ਕੋਈ ਕਿਤੇੋਂ ਆ ਰਿਹਾ, ਤਾਂ ਉਹ ਅਮੋਰਫਸ ਫਾਰਮ ਹੋ ਗਈ। ਅਮੋਰਫਸ ਫਾਰਮ ਹੁਣ ਕਿਹੜੀਆਂ ਹੁੰਦੀਆਂ ਨੇ?
ਅਮੋਰਫਸ ਫਾਰਮ ਕੋਲ ਦੀਆਂ ਨੇ ਕਿਹੜੀਆਂ ਯਾਦ ਰੱਖਿਓ ਕੋਲ ਕੋਕ ਚਾਰਕੋਲ ਲੈਂਪ ਬਲੈਕ ਗੈਸ ਕਾਰਬਨ ਠੀਕ ਹੈ ਇਹ ਸਾਰੀਆਂ ਜਿਹੜੀਆਂ ਨੇ ਪਿਓਰ ਨਹੀਂ ਹੁੰਦੀਆਂ they are not ਪਿਓਰ ਠੀਕ ਹੈ ਕੋਕ ਕੋਲ ਤੇ ਚਾਰਕੋਲ ਇਹ ਅਸੀਂ ਐਜ਼ ਏ ਫਿਊਲ ਯੂਜ਼ ਕਰਦੇ ਹਾਂ ਕੋਲ ਪੈਟਰੋਲੀਅਮ ਨੈਚੁਰਲ ਗੈਸ ਇਹ ਸਾਰਿਆਂ ਨੂੰ ਅਸੀਂ ਫੋਸਲ ਫਿਊਲ ਕਹਿ ਦਿੰਦੇ ਆ ਤੇ ਇਹ ਸਾਰੇ ਕੀ ਆ ਡੈਡ ਰਿਮੇਨਸ ਆਫ ਪਲਾਂਟਸ ਐਂਡ ਐਨੀਮਲ ਉਹਨਾਂ ਤੋਂ ਸਾਨੂੰ ਪ੍ਰਾਪਤ ਹੁੰਦੇ ਹਨ ਤਾਂ ਆਓ ਬੱਚੋ ਬੈਗ ਐਕਸਰਸਾਈਜ਼ ਇਹਦੀ ਕਰਦੇ ਹਾਂ ਤਾਂ ਪਹਿਲਾ ਇਹਦੇ ਵਿੱਚ ਖਾਲੀ ਥਾਵਾਂ ਹਨ ਯਾਨੀ ਕਿ ਫਿਲ ਇਨ ਦੀ ਬਲੈਂਕਸ ਤਾਂ ਉਸ ਵਿੱਚ ਪਹਿਲਾ ਕੁਐਸਚਨ ਹੈ ਕੋਲ ਐਂਡ ਪੈਟਰੋਲੀਅਮ ਆਰ ਫਿਊਲਸ ਕਿਹੜੇ ਫਿਊਲ ਹਨ ਇਹ ਬੱਚੋ ਫੋਸਲ ਫਿਊਲ ਹਨ ਹੁਣੇ ਆਪਾਂ ਥੋੜੀ ਦੇਰ ਪਹਿਲਾਂ ਕੀਤਾ ਸੀ ਫੋਸਲ ਫਿਊਲ ਦਾ ਮਤਲਬ ਹੁੰਦਾ ਹੈ ਪਥਰਾਟ ਬਾਲਣ ਠੀਕ ਹੈ ਤਾਂ ਪੰਜਾਬੀ ਦੇ ਵਿੱਚ ਅਗਰ ਤੁਸੀਂ ਪੰਜਾਬੀ ਮੀਡੀਅਮ ਚ ਕਰ ਰਹੇ ਹੋ ਤਾਂ ਇੱਥੇ ਇਦਾਂ ਹੀ ਆਣਾ ਕੋਲਾ ਅਤੇ ਪੈਟਰੋਲੀਅਮ ਠੀਕ ਹੈ ਪਥਰਾਟ ਬਾਲਣ ਹਨ ਠੀਕ ਹੈ ਇਸ ਤਰ੍ਹਾਂ ਹੋਏਗਾ ਅਗਲਾ ਹੈਗਾ 에ਅਰ ਦਾ ਮਤਲਬ ਹਵਾ ਹੁੰਦਾ ਹੈ ਸਨਲਾਈਟ ਮਤਲਬ ਸੂਰਜੀ ਊਰਜਾ ਠੀਕ ਹੈ which cannot be totally consumed by human being are called ਦੇਖੋ ਸਨਲਾਈਟ ਹਵਾ ਅਸੀਂ ਇਹ ਥੋੜੀ ਹੈਗਾ ਵੀ ਅਸੀਂ ਇਹਨੂੰ ਸਾਰੀ ਨੂੰ ਯੂਜ਼ ਕਰ ਸਕਦੇ ਹਾਂ ਸੂਰਜ ਤਾਂ ਆਪਣੀ ਰੋਸ਼ਨੀ ਲਗਾਤਾਰ ਸਾਨੂੰ ਦੇ ਹੀ ਰਿਹਾ ਤੋ ਇਹ ਜਿਹੜੇ ਨੇ ਇਹ ਇਨਐਗਜ਼ੌਸਟਿਬਲ ਸੋਰਸਿਸ ਹੁੰਦੇ ਹਨ ਇੱਥੇ ਖਾਲੀ ਥਾਂ ਦੇ ਵਿੱਚ ਆਣੇ ਨੇ ਇਨਐਗਜ਼ੌਸਟਿਬਲ ਦਾ ਮਤਲਬ ਹੁੰਦਾ ਹੈ ਜਿਹੜੇ ਕਿ ਖਤਮ ਨਹੀਂ ਹੋ ਸਕਦੇ ਠੀਕ ਹੈ ਇਨਐਗਜ਼ੌਸਟਿਬਲ ਸੋਰਸਿਸ ਆਫ ਨੈਚੁਰਲ ਰਿਸੋਰਸਿਸ ਯਾਨੀ ਕਿ ਨਾ ਖਤਮ ਹੋਣ ਵਾਲੇ ਤੁਸੀਂ ਪੰਜਾਬੀ ਚ ਕੀ ਲਿਖੋਗੇ ਨਾ ਖਤਮ ਹੋਣ ਵਾਲੇ ਨੈਚੁਰਲ ਯਾਨੀ ਕਿ ਕੁਦਰਤੀ ਕੀ ਹੋਣਗੇ ਸਾਧਨ ਠੀਕ ਹੈ ਅਖਵਾਉਂਦੇ ਹਨ ਅੱਗੇ ਹੈਗਾ ਕਨਵਰਜਨ ਦਾ ਮਤਲਬ ਹੁੰਦਾ ਹੈ ਬਦਲਣ ਦੀ ਪ੍ਰਕਿਰਿਆ तो कन्वर्जन ऑफ बरीड डेड वेजिटेशन इनटू कोल देखो कोला ਜਿਹੜਾ ਹੈ ਲੱਖਾਂ ਕਰੋੜਾਂ ਸਾਲ ਬਾਅਦ ਬਦਲ ਗਿਆ ठीक है सॉरी वेजिटेबल ਜਿਹੜੇ ਨੇ ਲੱਖਾਂ ਕਰੋੜਾਂ ਸਾਲ ਬਾਅਦ ਕੋਲੇ ਵਿੱਚ ਬਦਲ ਗਏ ਤਾਂ ਉਸ ਪ੍ਰੋਸੈਸ ਨੂੰ ਯਾਨੀ ਕਿ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿਣਾ ਇਸ ਪ੍ਰਕਿਰਿਆ ਨੂੰ ਆਪਾਂ ਕਾਰਬੋਨਾਈਜੇਸ਼ਨ ਕਹਿੰਦੇ ਹਨ ਬੱਚੋ ਠੀਕ ਹੈ ਕੋਲੇ ਦਾ ਬਣਨਾ ਕੀ ਹੈ ਦੇਖੋ ਕੋਲੇ ਦਾ ਬਣਨਾ ਕੀ ਆ ਗਿਆ ਕਾਰਬੋਨਾਈਜੇਸ਼ਨ ਤੇ ਪੰਜਾਬੀ ਚ ਵੀ ਬੱਚੋ ਇਹਨੂੰ ਕਾਰਬੀਕਰਨ ਕਹਾਂਗੇ ਆਪਾਂ ਠੀਕ ਹੈ ਕਾਰਬਨੀਕਰਨ ओके ਕਾਰਬਨੀਕਰਨ ਦਾ ਮਤਲਬ ਹੈ ਕਿ ਲੱਖਾਂ ਕਰੋੜਾਂ ਸਾਲਾਂ ਬਾਅਦ ਡੈਡ ਵੈਜੀਟੇਸ਼ਨ ਜਿਹੜੀ ਹੈ ਉਹ ਧਰਤੀ ਹੇਠਾਂ ਦੱਬ ਗਈ ਤੇ ਉਸ ਤੋਂ ਬਾਅਦ ਕੋਲੇ ਵਿੱਚ ਕਨਵਰਟ ਹੋ ਗਈ ਉਹਨੂੰ ਆਪਾਂ ਕਾਰਬਨੀਕਰਨ ਆਖਾਂਗੇ ਯਾਨੀ ਕਿ ਕਾਰਬੋਨਾਈਜੇਸ਼ਨ ਅੱਗੇ ਹੈ ਬਰਨਿੰਗ ਆਫ ਕੋਲ ਇਨ 에ਅਰ ਔਰ ਆਕਸੀਜਨ ਪ੍ਰੋਡਿਊਸ ਜਦੋਂ ਕੋਲਾ ਜਲਦਾ ਹੈ ਪਿਆਰੇ ਵਿਦਿਆਰਥੀਓ ਕੋਲੇ ਦਾ ਸਿੰਬਲ C ਹੁੰਦਾ ਹੈ ਔਰ ਜਨਰਲੀ ਸਾਨੂੰ ਚਾਹੀਦੀ ਹੈ ਆਕਸੀਜਨ ਤੇ ਜਦੋਂ ਆਕਸੀਜਨ ਦੀ ਪ੍ਰੈਜ਼ੈਂਸ 'ਚ ਕੋਈ ਵੀ ਚੀਜ਼ ਜਲਦੀ ਹੈ ਤੇ ਪੂਰੀ ਤਰ੍ਹਾਂ ਜਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈ ਪੈਦਾ ਹੁੰਦੀ ਹੈ ਇਹ ਯਾਦ ਰੱਖਣਾ ਨਾਲੇ ਇਕੁਏਸ਼ਨ ਜ਼ਰੂਰ ਲਿਖ ਲੈਣੀ ਹੈ ਕਾਰਬਨ ਡਾਈਆਕਸਾਈਡ ਠੀਕ ਹੈ ਕਾਰਬਨ ਡਾਈਆਕਸਾਈਡ ਇੱਥੇ ਗੈਸ ਜਿਹੜੀ ਹੈ ਪੈਦਾ ਹੁੰਦੀ ਹੈ ਯਾਦ ਰੱਖਣਾ ਹੈ ਪਿਆਰੇ ਵਿਦਿਆਰਥੀਓ ਅਗਲਾ ਸਾਡਾ ट्रू फॉल्स ਹਨ ट्रू फॉल्स ਵਿੱਚ ਪਹਿਲਾ ਆ ਗਿਆ ਫੋਸਲ ਫਿਊਲ ਕੈਨ ਬੀ ਮੇਡ ਇਨ ਲੈਬੋਰੇਟਰੀ ਕੀ ਤੁਸੀਂ ਫੋਸਲ ਫਿਊਲ ਨੂੰ ਬਣਾ ਸਕਦੇ ਹੋ ਲੈਬੋਰੇਟਰੀ 'ਚ ਪਥਰਾਟ ਬਾਲਣ ਬੱਚੋ ਨਹੀਂ ਬਣਾ ਸਕਦੇ ਠੀਕ ਹੈ ਲੈਬੋਰੇਟਰੀ ਮਤਲਬ ਕਿ ਅਸੀਂ ਸਕੂਲ ਦੇ ਵਿੱਚ ਲੈਬ 'ਚ ਪਥਰਾਟ ਬਾਲਣ ਬਣਾ ਦਈਏ ਫੇਰ ਤਾਂ ਬੱਚੋ ਸਾਡੀ ਦਿੱਕਤ ਹੀ ਖਤਮ ਹੋਏਗੀ ਫੇਰ ਤਾਂ ਅਸੀਂ ਕਵਾਂਗੇ ਹੀ ਨਹੀਂ ਕਿ ਕੋਲਾ ਜਿਹੜਾ ਹੈ ਉਹ ਖਤਮ ਹੋਣ ਯੋਗ ਹੈ ਉਹ ਤਾਂ ਫੇਰ ਨਾ ਖਤਮ ਹੋਣ ਯੋਗ ਹੋ ਗਿਆ ਠੀਕ ਹੈ तो ਫੋਸਲ ਫਿਊਲ ਨੂੰ ਲੈਬੋਰੇਟਰੀ ਦੇ ਵਿੱਚ ਨਹੀਂ ਬਣਾਇਆ ਜਾ ਸਕਦਾ तो ਆਨਸਰ ਆਏਗਾ ਫਾਲਸ CNG ਕੀ ਹੁੰਦੀ ਹੈ ਕੁਦਰਤੀ ਨਪੀੜਿਤ ਗੈਸ ਇਹ ਯਾਦ ਰੱਖਿਓ ਕੀ ਹੁੰਦੀ ਹੈ ਕੁਦਰਤੀ ਨਪੀੜਿਤ ਗੈਸ फुल फॉर्म आए दी कंप्रेस्ड निपीड़ित नेचुरल कुदरती गैस ठीक है तो CNG दी फुल फॉर्म सारे बच्चों ने याद रखना है कुदरती निपीड़ित गैस CNG जो हुंदी की है याद रखियो ये हुंदी है बच्चों मीथेन की हुंदी है मीथेन सारे बच्चों ने याद रखना है की हुंदी है जी मीथेन गैस याद रखियो ਇਹਨੂੰ ਕੁਦਰਤੀ ਨਿਪੀੜਿਤ ਗੈਸ ਕਹਿੰਦੇ ਜਿੱਦਾਂ ਤੁਹਾਡਾ ਮੰਨ ਲਓ ਜਿਹੜੇ ਰੂਮ 'ਚ ਤੁਸੀਂ ਬੈਠੇ ਹੋ ਇਸ ਟਾਈਮ ਉਸ ਰੂਮ ਦੇ ਵਿੱਚ ਕਿੰਨੀਆਂ ਸਾਰੀਆਂ ਗੈਸਾਂ ਹਨ ਉਹਦੇ ਵਿੱਚ ਮੀਥੇਨ ਗੈਸ ਪ੍ਰੈਜ਼ੈਂਟ ਹੈ ਮੀਥੇਨ ਗੈਸ ਨੂੰ ਤੁਸੀਂ ਕੀ ਕੀਤਾ ਹਾਈ ਪ੍ਰੈਸ਼ਰ ਤੇ ਭਰ ਦਿੱਤਾ ਕਿਹਦੇ ਵਿੱਚ ਸਿਲੰਡਰ 'ਚ ਠੀਕ ਹੈ ਕਿਹ 'ਚ ਭਰ ਦਿੱਤਾ ਸਿਲੰਡਰ 'ਚ ਕੰਪਰੈਸ ਦਾ ਮਤਲਬ ਕੀ ਹੁੰਦਾ ਹੈ ਸਿਲੰਡਰ 'ਚ ਭਰਨਾ ਠੀਕ ਹੈ ਕਿਹਦੇ ਵਿੱਚ ਭਰਨਾ ਸਿਲੰਡਰ ਵਿੱਚ मीथेन गैस ਨੂੰ गोबर गैस भी कहते हैं याद रखियो ठीक है जी गोबर प्लांट ना बनती है वो गोबर गैस वो भी की है मीथेन गैस ही होंगी है जी कि आप एज ए फ्यूल यूज करते हैं घरों के आम तौर पर देखा होना कि पिंडों के प्लांट लगे होंगे वो गैसा जिहड़ियां ने घर तक गैस जी है सप्लाई भेजते हैं तो उहदे नाल
ਘਰਾਂ ਦੇ ਚੁੱਲ੍ਹੇ ਜਿਹੜੇ ਆ ਉਹ ਚੱਲਦੇ ਗੈਸ ਵਾਲੇ ਚੁੱਲ੍ਹੇ, ਠੀਕ ਹੈ। ਤੋ ਕੰਪਰੈਸਡ ਨੈਚੁਰਲ ਗੈਸ ਕਿੱਥੇ ਯੂਜ਼ ਹੁੰਦੀ ਹੈ? ਇਹ ਦਿੱਲੀ ਵਰਗੇ ਸ਼ਹਿਰ ਜਿੱਥੇ ਕਿ ਪੋਲਿਊਸ਼ਨ ਬਹੁਤ ਹੈ। ਜੇ ਤੁਸੀਂ ਦਿੱਲੀ ਸ਼ਹਿਰ ਦਾ ਸਫ਼ਰ ਕਰੋਗੇ ਪਿਆਰੇ ਵਿਦਿਆਰਥੀਓ, ਉੱਥੇ ਜਿੰਨੇ ਵੀ ਆਟੋ ਚੱਲਦੇ ਨੇ ਹਰੇ ਪੀਲੇ ਰੰਗ ਦੇ, ਉਹ ਸਾਰਿਆਂ ਦੇ ਵਿੱਚ ਉਹ ਸਾਰੀਆਂ CNG ਨਾਲ ਹੀ ਚੱਲਦੇ ਹਨ। ਇੱਦਾਂ ਹੀ ਜਿੰਨੀਆਂ ਵੀ ਉੱਥੇ ਟੈਕਸੀਆਂ ਕਾਰਾਂ ਚੱਲਦੀਆਂ ਨੇ ਉਹ ਵੀ CNG ਦੀਆਂ ਹੀ ਹੁੰਦੀਆਂ ਨੇ, ਠੀਕ ਹੈ। ਉਹਦੇ ਵਿੱਚ ਪੈਟਰੋਲ ਦੀ ਜਗ੍ਹਾ ਕੀ ਯੂਜ਼ ਹੁੰਦਾ ਹੈ? ਡੀਜ਼ਲ ਦੀ ਜਗ੍ਹਾ ਕੀ ਯੂਜ਼ ਹੁੰਦਾ ਹੈ? CNG ਗੈਸ। ਹੁਣ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਪਲਾਂਟ ਆ ਗਏ ਨੇ। ਜੇ ਤੁਸੀਂ ਜਲੰਧਰ ਦਾ ਸਫ਼ਰ ਕਰੋਗੇ ਭੋਗਪੁਰ ਤੋਂ, ਤਾਂ ਵਿਦਿਆਰਥੀਓ ਰਸਤੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਪੈਟਰੋਲ ਪੰਪ ਇਦਾਂ ਦਾ ਮਿਲ ਜੂਗਾ, ਉੱਥੇ ਲਿਖਿਆ ਹੋਊਗਾ CNG। CNG ਅੱਜ ਕੱਲ੍ਹ ਸਾਡੇ ਦਸੂਹੇ ਵੀ ਹੈਗਾ ਹੈ, ਹੁਸ਼ਿਆਰਪੁਰ ਤਾਂ ਮੈਨੂੰ ਉੱਥੇ ਵੀ ਹੋਏਗਾ, ਜਲੰਧਰ ਵਿੱਚ ਵੀ ਹੈ, ਠੀਕ ਹੈ। ਮਤਲਬ ਲਗਭਗ ਪੰਜਾਬ 'ਚ ਵੀ ਹੁਣ ਕਾਫੀ ਜਗ੍ਹਾ ਲੱਗਣ ਲੱਗ ਗਏ ਨੇ। ਤਾਂ CNG ਇਹ ਪੋਲਿਊਸ਼ਨ ਘੱਟ ਕਰਦੇ ਹਨ, ਇਸ ਕਰਕੇ ਆਪਾਂ ਇਹਨੂੰ ਯੂਜ਼ ਕਰਦੇ ਹਨ। ਇੱਥੇ ਲਿਖ ਦਿੱਤਾ ਕਿ CNG ਪੋਲਿਊਸ਼ਨ ਜ਼ਿਆਦਾ ਕਰਦੇ ਹਨ ਡੀਜ਼ਲ ਨਾਲੋਂ, ਤਾਂ ਬੱਚਿਓ ਡੀਜ਼ਲ ਦਾ ਹੀ ਪਤਾ ਨਹੀਂ ਕਦੋਂ ਦਾ ਯੂਜ਼ ਕਰਦੇ ਆ, ਤੇ CNG ਤਾਂ ਹੁਣ ਯੂਜ਼ ਕਰਨ ਲੱਗੇ। ਕਿਉਂ ਯੂਜ਼ ਕਰਨ ਲੱਗੇ? ਤਾਂ ਕਿ ਪੋਲਿਊਸ਼ਨ ਤੋਂ ਬਚਿਆ ਜਾ ਸਕੇ। ਤਾਂ ਇਸ ਕਰਕੇ ਘੱਟ ਪੋਲਿਊਸ਼ਨ ਕਰਦੇ ਹਨ। ਆਂਸਰ ਆਏਗਾ wrong, यानी कि गलत हो गया, ठीक है। अगे हैगा कोल इज दी ऑलमोस्ट प्योरेस्ट फॉर्म। कोक बच्चों प्योरेस्ट फॉर्म होंगी है, ठीक है। तो ये ट्रू होएगा, ओके। प्योरेस्ट का मतलब शुद्ध रूप होएगा। उस तो बाद नेक्स्ट हैगा कोल एंड पेट्रोलियम आर इन एग्जॉस्टिबल नैचुरल रिसोर्सिस। आर ए नैचुरल आर ही आना, इन नहीं हैगा इत्थे, यानी कि कोला ते पेट्रोलियम असीमत कुदरती साधन हैं। असीमत यानी कि ना खत्म होने वाले, ठीक है। असीमत कुदरती साधन। तो बच्चों असीमत तो है नहीं, तुहानूं दस्सिया है ये कोला पेट्रोलियम तो कदी ना कदी खत्म हो ही जाने आ। हुण तां दुबई वर्गियां जिहड़ियां ने इन्हां दे विच भी बच्चों इदां दे जिहड़े देश हन, कंट्रीज हन, उत्थे भी हुण पेट्रोल का खतरा जिहड़ा आ रहा हौली हौली, उन्हां ने भी पेट्रोल सारा ही यूज़ कर लिया है। तो इस करके ये सीमित हैं ना कि असीमित। एग्जॉस्टिबल नहीं हैं, ये इनएग्जॉस्टिबल हैं, ठीक है। सॉरी इनएग्जॉस्टिबल नहीं हैं, ये एग्जॉस्टिबल हैं, ठीक है। असीमित का मतलब कोल एंड पेट्रोलियम आर एग्जॉस्टिबल का मतलब होता है असीमित, ठीक है। इनएग्जॉस्टिबल का मतलब होता है सीमित, जिहड़े कि मतलब कि आपां लगातार यूज कर सकते हैं, ठीक है। तो एग्जॉस्टिबल असीमित, ओके। अगला हैगा कोल तार बहुत तत्तां दा मिश्रण है। कोल तार बच्चों बहुत सारे इहदे विच मिक्सर हुंदे हन, हुणी थोड़ी देर पहला आपां पढ़िया सी, ये बड़ा इंपॉर्टेंट है। कोल तार जिहड़ा है ये की हुंदे ने वेरीअस सबसटांसिस दा मिक्सचर हुंदा है। आ बच्चों मैच दी कॉलम हन, पेपर विच मैच दी कॉलम तुसीं इस तरह करने हुंदे हन, ये नहीं कि इदां लाइनां ला देणियां। जिद्दां यूज्ड एज फ्यूल इन किचन, किचन विच आपां किहड़ी गैस यूज करदे हां? LPG। सुनिया होना तुसीं सिलेंडर देखिया ना, लाल रंग दे आउंदे घरां दे विच डोमैस्टिक, जिहड़े इंडस्ट्रीयल हुंदे आ ओह नीले रंग दे हुंदे, जिहड़े हलवाइयां को हुंदे आ नीले रंग दे हुंदे आ, घरां दे विच जिहड़े आंदे आ ਉਹ ਲਾਲ रंग ਦੇ ਹੁੰਦੇ ਹਨ, ठीक है। तो LPG ਹੁੰਦੀ है लिक्विफाइड पेट्रोलियम गैस, ठीक है। लिक्विफाइड यानी कि तरल पेट्रोलियम गैस, ਇਹਦਾ ਨਾਮ याद रखना है सारिਆਂ ने। LPG की ਹੁੰਦੀ है तरल पेट्रोलियम गैस, ठीक है। उस तो बाद लीस्ट पोल्यूटिंग फ्यूल फॉर ਵਹੀਕਲ, यानी कि ਜਿਹੜਾ ਘੱਟ कह लो प्रदूषण करता है, ये बच्चों ਕਿਹੜਾ ਹੁਣੀ ਤੁਹਾਨੂੰ ਦੱਸਿਆ CNG, ठीक है। तो आम तौर ਤੇ ਬੱਚੇ ਇਹਦਾ ਲਾਈਨਾਂ ਨਾਲ ਹੀ ਕਰ ਦਿੰਦੇ ਹਨ, ਜੋ ਕਿ ਗਲਤ ਹੋ ਜਾਂਦਾ ਬੱਚੋਂ। this gas is produced during the heating of coal। ਕੋਲ ਦੇ ਨਾਲ ਕੋਲ ਨੂੰ ਹੀਟ ਕਰਨ ਦੇ ਕੋਲ ਤਾਰ ਬਣਦੀ ਹੈ। ਤੁਸੀਂ ਕਿੱਦਾਂ ਕਰਨਾ ਹੈ? ਤੁਸੀਂ ਕਰਨਾ ਹੈ ਜੀ, ਪਹਿਲਾ ਦਾ ਆਨਸਰ ਕੀ ਹੈ LPG, तो ਉਹਦੇ ਮੂਹਰੇ LPG ਲਿਖੋਗੇ। दूसरे ਦਾ ਆਨਸਰ ਹੈ ਕੀ ਹੈ CNG, तो ਉਹਦੇ ਮੂਹਰੇ CNG ਲਿਖੋਗੇ। तीसरे ਦਾ ਆਨਸਰ ਹੈ ਕੋਲ ਗੈਸ, तो ਉਹਦੇ ਮੂਹਰੇ ਕੋਲ ਗੈਸ ਲਿਖੋਗੇ, ठीक है। तो ਇਹ ਬੱਚੋ ਤੁਹਾਡੇ ਪਹਿਲੇ ਸਮ ਜਿਹੜੇ ਕੁਐਸਚਨ ਸਨ ਉਹ ਹੋ ਗਏ ਨੇ। इस तो बाद कुछ MCQ हैं। बेस्ट क्वालिटी ऑफ कोल, बेस्ट क्वालिटी बच्चों किहदी हुंदी है? सब तो घट क्वालिटी जिहड़ी है वो पीट दी हुंदी है, ठीक है। पुअर क्वालिटी पीट कोल दी, यानी कि कोले दे विच कोले दी मात्रा, कोल दे विच कोले कार्बन दी मात्रा सब तो घट किहदे हुंदी है? पीट विच। ते सब तो ज़्यादा हुंदी है, याद रखियो, एंथरासाइड दे विच, ठीक है। किहदे विच? एंथरासाइड जिहड़ा है ये बेस्ट क्वालिटी दा कोला हुंदा है, इह च कार्बन आलमोस्ट 98 तो 99% जिहड़ा आ ओह प्रेजेंट हुंदा है, ठीक है। ते बाकी ब्यूटीमिनस कित्थे बना यूज करदे? ब्यूटीमिनस विच सड़कां बनाउण दे विच, यानी कि रोड दी जिहड़ी प्रैपरेशन लुक पैंदी है, लुक ब्यूटीमिनस हुंदी है, याद रखियो। लुक की हुंदी है? ब्यूटीमिनस कोल, याद रखना सारिਆਂ ने।
ਠੀਕ ਹੈ। ਅਗਲਾ ਹੈਗਾ ਦਿਸ ਇਜ਼ ਰੀਨਿਊਏਬਲ એનર્ਜੀ ਰਿਸੋਰਸ। ਰੀਨਿਊਏਬਲ ਇਹਦੇ ਵਿੱਚ ਕਿਹੜਾ ਹੈ ਜਿਹਨੂੰ ਆਪਾਂ ਰੀਨਿਊ ਕਰ ਸਕਦੇ ਹਾਂ, ਤਾਂ ਵਿਦਿਆਰਥੀਓ ਰੀਨਿਊਏਬਲ ਜਿਹੜਾ ਕਿ ਬਾਰ-ਬਾਰ ਰੀਨਿਊ ਕੀਤਾ ਜਾ ਸਕਦਾ ਹੈ, ਉਹ ਵਿੱਚੋਂ ਹਵਾ ਹੀ ਹੈ, ਨਾ ਕੋਲ ਹੈ, ਨਾ ਪੈਟਰੋਲੀਅਮ ਹੈ, ਤੇ ਨਾ ਹੀ ਨੈਚੁਰਲ ਗੈਸ ਹੈ। ਠੀਕ ਹੈ, ਨੈਚੁਰਲ ਗੈਸ ਕਿਹੜੀ ਹੈ? ਮੀਥੇਨ, ਯਾਦ ਰੱਖਿਓ। ਅਗਲਾ ਹੈ ਨੈਚੁਰਲ ਗੈਸ, ਆਕਸੀਜਨ ਨਹੀਂ ਕਹਿਣਾ, ਮੀਥੇਨ ਹੁੰਦੀ ਹੈ, ਮੀਥੇਨ ਯਾਦ ਰੱਖਣਾ, ਨਾਲ-ਨਾਲ ਲਿਖ ਲੈਣੇ ਇਹ। ਅੱਗੇ ਦਿਸ ਸਟੇਟ ਡਜ਼ ਨਾਟ ਹੈਵ ਐਨੀ ਕੋਲ ਮਾਈਨ, ਇਹਦੇ ਵਿੱਚ ਕੋਲ ਮਾਈਨ ਹੁਣੀ ਦੱਸਿਆ ਜੀ ਤੁਹਾਨੂੰ, ਪੰਜਾਬ। ਆਹ ਦੇਖੋ ਹੁਣ ਸਾਰੀਆਂ ਆ ਗਈਆਂ, ਉੜੀਸਾ, ਝਾਰਖੰਡ, ਠੀਕ ਹੈ, ਝਾਰਖੰਡ ਆ ਗਿਆ, ਉਸ ਤੋਂ ਬਾਅਦ ਵੈਸਟ ਬੰਗਾਲ ਆ ਗਿਆ। ਝਾਰਖੰਡ 'ਚ ਸਭ ਤੋਂ ਜ਼ਿਆਦਾ ਹੈਗਾ, ਤੋ ਉੜੀਸਾ, ਵੈਸਟ ਬੰਗਾਲ, ਇਹ ਸਾਰੇ ਹੀ ਆ ਜਾਂਦੀਆਂ ਸਟੇਟ ਜਿੱਥੇ ਕੋਲ ਦੀਆਂ ਮਾਈਨਾਂ ਯਾਨੀ ਕਿ ਕੋਲੇ ਦੀਆਂ ਖਾਨਾਂ ਹਨ ਤੇ ਪੰਜਾਬ 'ਚ ਨਹੀਂ ਹਨ। ਦਿਸ ਪ੍ਰੋਡਕਟ ਆਫ ਕੋਲ ਇਜ਼ ਯੂਜ਼ਡ ਫॉर, ਦਿਸ ਪ੍ਰੋਡਕਟ ਆਫ ਕੋਲ, ਕਿਹੜਾ ਪ੍ਰੋਡਕਟ ਜਿਹੜਾ ਹੈ ਉਹ ਅਸੀਂ ਯੂਜ਼ ਕਰਦੇ ਹਾਂ, ਕੋਲੇ ਦੇ ਉਤਪਾਦ ਨੂੰ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ। ਇੱਥੇ ਬੱਚੋ ਯੂਜ਼ਡ ਫॉर ਇਹ ਪੂਰਾ ਨਹੀਂ ਲਿਖਿਆ ਹੋਇਆ, ਦਿਸ ਪ੍ਰੋਡਕਟ ਆਫ ਕੋਲ ਇਜ਼ ਯੂਜ਼ਡ ਫॉर ਰਿਪੈਲਿੰਗ, ਇੱਥੇ ਇਦਾਂ ਲਿਖ ਲਿਓ, ਰਿਪੈਲਿੰਗ ਦੀ ਇਨਸੈਕਟਸ। ਠੀਕ ਹੈ, ਤਾਂ ਇਹਦੇ ਲਈ ਬੱਚੋ ਨੈਪਥਲੀਨ ਯਾਦ ਰੱਖਿਓ, ਨੈਪਥਲੀਨ ਵੀ ਕੋਲੇ ਦੀ ਹੀ ਫਾਰਮ ਹੁੰਦੀ ਹੈ। ਨੈਪਥਲੀਨ ਕੀ ਹੁੰਦੀਆਂ? ਘਰ ਦੇ ਵਿੱਚ ਫਨੈਲ ਦੀਆਂ ਗੋਲੀਆਂ ਚਿੱਟੀਆਂ ਚਿੱਟੀਆਂ ਦੇਖੀਆਂ ਸਾਰਿਆਂ ਨੇ, ਤਾਂ ਉਹ ਨੈਪਥਲੀਨ ਹੁੰਦੀਆਂ, ਯਾਦ ਰੱਖਿਓ। ਕਿਹਲੀ ਹੁੰਦੀਆਂ? ਪੈਸਟ ਵਗੈਰਾ ਨੂੰ ਜਾਂ ਇਨਸੈਕਟ, ਪੈਸਟ ਲਿਖ ਸਕਦੇ ਹੋ ਤੁਸੀਂ, ਇਨਸੈਕਟ ਨਹੀਂ, ਕੀੜੇ ਵਗੈਰਾ ਭਜਾਉਣ ਲਈ ਜਿਹੜਾ ਹੈ ਉਹ ਆਪਾਂ ਯੂਜ਼ ਕਰਦੇ ਹਾਂ, ਤਾਂ ਇਹ ਹੁੰਦੀਆਂ ਨੈਪਥਲੀਨ ਦੀਆਂ ਗੋਲੀਆਂ। ਠੀਕ ਹੈ, ਅਗਲੇ ਵਿੱਚੋਂ ਹੁਣ ਬਹੁਤ ਵੈਰੀ ਸ਼ਾਰਟ ਕੁਐਸਚਨਸ ਹਨ, ਇਹ ਅਸੀਂ ਆਪਾਂ ਨੈਕਸਟ ਟਾਈਮ ਕਰਾਂਗੇ, ਇੰਨੇ ਤੁਸੀਂ ਹੁਣ ਕਰ ਲੈਣੇ ਹਨ। ਥੈਂਕ ਯੂ ਵੈਰੀ ਮਚ।